ਕਦੇ ਇੱਕ ਛੋਟਾ ਜਿਹਾ ਚੋਣ ਹਲਕਾ ਪੂਰੇ ਦੇਸ਼ ਦੀ ਕਹਾਣੀ ਦੱਸ ਸਕਦਾ ਹੈ? ਅਸੀਂ ਇੱਥੇ ਸਿਰਫ ਵੋਟਾਂ ਦੀ ਗਿਣਤੀ ਕਰਨ ਲਈ ਨਹੀਂ ਆਏ, ਬਲਕਿ ਲੋਕਾਂ ਦੀਆਂ ਉਮੀਦਾਂ, ਉਹਨਾਂ ਦੇ ਗੁੱਸੇ ਅਤੇ ਉਹਨਾਂ ਦੇ ਸੁਪਨਿਆਂ ਦੀਆਂ ਪਰਤਾਂ ਖੋਲ੍ਹਣ ਆਏ ਹਾਂ। ਚਲੋ ਦਸੂਹਾ ਦੇ ਇਸ ਫੈਸਲੇ ਨੂੰ ਡੂੰਘਾਈ ਨਾਲ ਸਮਝੀਏ। ਤਾਂ ਗੱਲ ਕਰਦੇ ਹਾਂ ਦਸੂਹਾ ਦੀ। ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਇਹ ਹਲਕਾ ਸਿਰਫ ਇੱਕ ਭੂਗੋਲਿਕ ਖੇਤਰ ਨਹੀਂ ਹੈ, ਇਹ ਪੰਜਾਬ ਦੀ ਸਿਆਸਤ, ਸਮਾਜ ਅਤੇ ਆਰਥਿਕਤਾ ਦਾ ਇੱਕ ਛੋਟਾ ਜਿਹਾ ਮਾਡਲ ਹੈ, ਇੱਕ ਤਰ੍ਹਾਂ ਦੀ ਪ੍ਰਯੋਗਸ਼ਾਲਾ। ਇੱਥੋਂ ਦਾ ਨਤੀਜਾ ਸਿਰਫ ਇੱਕ ਜਿੱਤ ਜਾਂ ਹਾਰ ਦਾ ਐਲਾਨ ਨਹੀਂ, ਸਗੋਂ ਆਉਣ ਵਾਲੀ ਤਬਦੀਲੀ ਦਾ ਇੱਕ ਵੱਡਾ ਸੰਕੇਤ ਹੈ। ਦੇਖੋ, ਕਿਸੇ ਵੀ ਸਿਆਸੀ ਸਮੀਕਰਨ ਨੂੰ ਸਮਝਣ ਦਾ ਪਹਿਲਾ ਕਦਮ ਹੁੰਦਾ ਹੈ ਉੱਥੋਂ ਦੇ ਲੋਕਾਂ ਨੂੰ ਸਮਝਣਾ, ਉਹਨਾਂ ਦੇ ਸਮਾਜਿਕ ਤਾਣੇ-ਬਾਣੇ ਨੂੰ ਸਮਝਣਾ। ਤੇ ਜੇ ਦਸੂਹਾ ਨੂੰ ਸਮਝਣਾ ਹੈ ਤਾਂ ਸਾਨੂੰ ਇਸ ਦੇ ਪਿੰਡਾਂ ਦੀ ਰੂਹ ਨੂੰ ਸਮਝਣਾ ਪਵੇਗਾ। 84%, 84.4%। ਇਹ ਸਿਰਫ ਇੱਕ ਅੰਕੜਾ ਨਹੀਂ, ਇਹ ਇਸ ਹਲਕੇ ਦੀ ਪਹਿਚਾਨ ਹੈ। ਇਸ ਦਾ ਮਤਲਬ ਹੈ ਕਿ ਇੱਥੋਂ ਦੀ ਸਿਆਸਤ ਦੀਆਂ ਜੜ੍ਹਾਂ ਜ਼ਮੀਨ ਵਿੱਚ ਹਨ, ਖੇਤੀ ਵਿੱਚ ਹਨ। ਇੱਥੋਂ ਦੇ ਵੋਟਰ ਦੀ ਨਬਜ਼ ਫੜਨ ਲਈ ਤੁਹਾਨੂੰ ਮਿੱਟੀ ਦੀ ਆਵਾਜ਼ ਸੁਣਨੀ ਹੀ ਪਵੇਗੀ। ਤਾਂ ਇਸ ਮਿੱਟੀ ਤੇ ਵਸਦਾ ਕੌਣ ਹੈ? ਦਸੂਹੇ ਦਾ ਸਮਾਜਿਕ ਤਾਣਾ-ਬਾਣਾ ਕਾਫੀ ਗੁੰਝਲਦਾਰ ਪਰ ਦਿਲਚਸਪ ਹੈ। ਇੱਥੇ ਹਿੰਦੂ ਰਾਜਪੂਤ ਜ਼ਮੀਂਦਾਰ ਹਨ, ਜੱਟ ਸਿੱਖ ਕਿਸਾਨ ਵੀ ਹਨ ਤੇ ਇੱਕ ਵੱਡੀ ਗਿਣਤੀ ਅਨੁਸੂਚਿਤ ਜਾਤੀ ਭਾਈਚਾਰੇ ਦੀ ਹੈ। ਹਰ ਸਮੂਹ ਦੀਆਂ ਆਪਣੀਆਂ ਚਿੰਤਾਵਾਂ ਨੇ, ਆਪਣੀਆਂ ਉਮੀਦਾਂ ਨੇ, ਤੇ ਜਦੋਂ ਇਹ ਸਾਰੀਆਂ ਆਵਾਜ਼ਾਂ ਮਿਲਦੀਆਂ ਨੇ ਉਦੋਂ ਹੀ ਇਸ ਹਲਕੇ ਦੀ ਸਿਆਸੀ ਤਕਦੀਰ ਲਿਖੀ ਜਾਂਦੀ ਹੈ। ਅਕਸਰ ਅਸੀਂ ਵੋਟ ਨੂੰ ਸਿਰਫ ਇੱਕ ਬਟਨ ਸਮਝ ਲੈਂਦੇ ਹਾਂ, ਪਰ ਅਸਲ ਵਿੱਚ ਇਹ ਇੱਕ ਆਵਾਜ਼ ਹੁੰਦੀ ਹੈ, ਖਾਸ ਕਰਕੇ ਉਹਨਾਂ ਲੋਕਾਂ ਦੀ ਆਵਾਜ਼ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਸੁਣੀ ਨਹੀਂ ਜਾ ਰਹੀ। ਦਸੂਹਾ ਵਿੱਚ ਇਹ ਆਵਾਜ਼ ਸਿੱਧੀ ਧਰਤੀ ਵਿੱਚੋਂ ਆ ਰਹੀ ਸੀ। ਤਾਂ ਫਿਰ ਲੋਕਾਂ ਦੇ ਮਨ ਵਿੱਚ ਕੀ ਸੀ? ਜਦੋਂ ਜ਼ਮੀਨ ਤੇ ਉਤਰ ਕੇ ਦੇਖਿਆ ਤਾਂ 4 ਵੱਡੇ ਮੁੱਦੇ ਸਾਹਮਣੇ ਆਏ, ਪਰ ਸਭ ਤੋਂ ਵੱਡਾ, ਸਭ ਤੋਂ ਫੱਕਦਾ ਮਸਲਾ ਸੀ ਖੇਤੀਬਾੜੀ ਦਾ। ਫਸਲਾਂ ਦਾ ਸਹੀ ਮੁੱਲ ਨਾ ਮਿਲਣਾ, ਸਿਰ ਤੇ ਕਰਜ਼ੇ ਦਾ ਬੋਝ, MSP ਦੀ ਚਿੰਤਾ। ਇਹ ਸਿਰਫ ਮੁੱਦੇ ਨਹੀਂ, ਸਗੋਂ ਕਿਸਾਨਾਂ ਲਈ ਜ਼ਿੰਦਗੀ ਅਤੇ ਮੌਤ ਦਾ ਸਵਾਲ ਬਣ ਚੁੱਕੇ ਸਨ। ਬਾਕੀ ਸਾਰੀਆਂ ਸਮੱਸਿਆਵਾਂ, ਚਾਹੇ ਉਹ ਬੇਰੁਜ਼ਗਾਰੀ ਹੋਵੇ ਜਾਂ ਖਰਾਬ ਸੜਕਾਂ, ਇਸੇ ਵੱਡੀ ਸਮੱਸਿਆ ਦੇ ਆਲੇ-ਦੁਆਲੇ ਘੁੰਮ ਰਹੀਆਂ ਸਨ। ਅਸੀਂ ਅੰਕੜਿਆਂ ਦੀ ਗੱਲ ਕਰਦੇ ਹਾਂ, ਪਰ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਇਹਨਾਂ ਅੰਕੜਿਆਂ ਦੇ ਪਿੱਛੇ ਚਿਹਰੇ ਹੁੰਦੇ ਨੇ, ਪਰਿਵਾਰ ਹੁੰਦੇ ਨੇ ਤੇ ਉਹਨਾਂ ਦੇ ਸੰਘਰਸ਼ ਹੁੰਦੇ ਨੇ। ਸਾਡੀਆਂ ਸੰਵਿਧਾਨਕ ਕਦਰਾਂ-ਕੀਮਤਾਂ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਹਰ ਨਾਗਰਿਕ ਦੇ ਸਨਮਾਨ ਦੀ ਰੱਖਿਆ ਕਰਨਾ ਤੇ ਜ਼ਿੰਮੇਵਾਰੀ ਨਾਲ ਗੱਲ ਕਰਨਾ ਕਿੰਨਾ ਜ਼ਰੂਰੀ ਹੈ। ਅਤੇ ਜਦੋਂ ਇਹ ਸਾਰੀਆਂ ਸ਼ਿਕਾਇਤਾਂ ਇਕੱਠੀਆਂ ਹੁੰਦੀਆਂ ਨੇ ਤਾਂ ਇੱਕ ਲਹਿਰ ਬਣਦੀ ਹੈ। 2022 ਵਿੱਚ ਇਹੀ ਹੋਇਆ। ਇੱਕ ਅਜਿਹੀ ਸਿਆਸੀ ਲਹਿਰ ਉੱਠੀ ਜਿਸ ਨੇ ਦਸੂਹਾ ਦਾ ਪੂਰਾ ਸਮੀਕਰਨ ਹੀ ਬਦਲ ਦਿੱਤਾ। ਆਓ ਹੁਣ ਉਸ ਫੈਸਲੇ ਤੇ ਨਜ਼ਰ ਮਾਰੀਏ। ਨਤੀਜੇ ਬਿਲਕੁਲ ਸਾਫ਼ ਸੀ। ਆਮ ਆਦਮੀ ਪਾਰਟੀ ਨੂੰ ਮਿਲੀਆਂ 32.4% ਵੋਟਾਂ ਤੇ ਉਹਨਾਂ ਨੇ ਸੀਟ ਜਿੱਤ ਲਈ। ਉਸ ਵੇਲੇ ਦੀ ਸੱਤਾਧਾਰੀ ਪਾਰਟੀ ਕਾਂਗਰਸ 26% ਤੇ ਸਿਮਟ ਗਈ। ਇਹ ਸਿਰਫ ਸੀਟ ਦਾ ਬਦਲਣਾ ਨਹੀਂ ਸੀ, ਇਹ ਵੋਟਰ ਦੇ ਮੂਡ ਵਿੱਚ ਆਏ ਇੱਕ ਵੱਡੇ ਭੂਚਾਲ ਦਾ ਸਬੂਤ ਸੀ। ਹੁਣ ਜ਼ਰਾ ਇਸ ਤਬਦੀਲੀ ਦੀ ਗਹਿਰਾਈ ਨੂੰ ਸਮਝੋ। 2017 ਵਿੱਚ ਕਾਂਗਰਸ 17,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਸਿਰਫ 5 ਸਾਲਾਂ ਬਾਅਦ 2022 ਵਿੱਚ ਉਹੀ ਪਾਰਟੀ 8,500 ਤੋਂ ਵੱਧ ਵੋਟਾਂ ਨਾਲ ਹਾਰ ਜਾਂਦੀ ਹੈ। ਵੋਟ ਸ਼ੇਅਰ ਸਿੱਧਾ 44% ਤੋਂ ਡਿੱਗ ਕੇ 26% ਤੇ ਆ ਜਾਂਦਾ ਹੈ। ਇਹ ਸਿਰਫ ਇੱਕ ਹਾਰ ਨਹੀਂ, ਇਹ ਇੱਕ ਸਿਆਸੀ ਤਬਾਹੀ ਸੀ। ਤਾਂ ਸਭ ਤੋਂ ਵੱਡਾ ਸਵਾਲ ਇਹੀ ਹੈ, ਆਖਰ ਇੰਨਾ ਵੱਡਾ ਬਦਲਾਅ ਆਇਆ ਕਿਉਂ? ਕਿਹੜੀ ਗੱਲ ਸੀ ਜਿਸ ਨੇ ਵੋਟਰਾਂ ਨੂੰ ਆਪਣਾ ਮਨ ਬਦਲਣ ਲਈ ਮਜਬੂਰ ਕਰ ਦਿੱਤਾ? ਜਵਾਬ ਇੱਕ ਨਹੀਂ, ਸਗੋਂ ਕਈ ਕਾਰਨਾਂ ਵਿੱਚ ਛੁਪਿਆ ਹੈ। ਇਸ ਦਾ ਇੱਕ ਵੱਡਾ ਕਾਰਨ ਹੈ ਐਂਟੀ ਇਨਕੰਬੈਂਸੀ, ਯਾਨੀ ਸੱਤਾ ਦੇ ਖਿਲਾਫ ਗੁੱਸਾ। ਜਦੋਂ ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਨੁਮਾਇੰਦਾ, ਉਹਨਾਂ ਦੀ ਆਵਾਜ਼ ਵਿਧਾਨ ਸਭਾ ਵਿੱਚ ਨਹੀਂ ਚੁੱਕ ਰਿਹਾ, ਤਾਂ ਉਹ ਬਦਲਾਅ ਲੱਭਦੇ ਹਨ। ਰਿਪੋਰਟਾਂ ਦੱਸਦੀਆਂ ਨੇ ਕਿ ਉਸ ਵੇਲੇ ਦੇ ਵਿਧਾਇਕ ਦੀ ਕਾਰਗੁਜ਼ਾਰੀ ਬਹੁਤ ਕਮਜ਼ੋਰ ਸੀ। ਜਦੋਂ ਨੁਮਾਇੰਦਾ ਚੁੱਪ ਹੋ ਜਾਵੇ ਤਾਂ ਜਨਤਾ ਆਪਣੀ ਵੋਟ ਨਾਲ ਬੋਲਦੀ ਹੈ। ਪਰ ਕਹਾਣੀ ਸਿਰਫ 2022 ਦੀ ਨਹੀਂ ਹੈ। ਜੇ ਅਸੀਂ ਥੋੜਾ ਪਿੱਛੇ ਜਾਈਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਦਸੂਹਾ ਦਾ ਮਿਜ਼ਾਜ ਹਮੇਸ਼ਾ ਤੋਂ ਹੀ ਬਦਲਦਾ ਰਿਹਾ ਹੈ। ਇੱਥੋਂ ਦੇ ਵੋਟਰ ਕਦੀ ਵੀ ਕਿਸੇ ਇੱਕ ਪਾਰਟੀ ਨਾਲ ਬੱਝ ਕੇ ਨਹੀਂ ਰਹੇ। ਦੇਖੋ, 2007 ਵਿੱਚ BJP, ਫਿਰ 2012 ਤੇ 17 ਵਿੱਚ ਕਾਂਗਰਸ ਤੇ ਹੁਣ 2022 ਵਿੱਚ AAP। ਪੈਟਰਨ ਸਾਫ਼ ਹੈ, ਦਸੂਹਾ ਕਿਸੇ ਦਾ ਕਿਲਾ ਨਹੀਂ ਹੈ। ਇੱਥੋਂ ਦੇ ਲੋਕ ਪਾਰਟੀ ਦੇ ਝੰਡੇ ਨੂੰ ਨਹੀਂ, ਸਗੋਂ ਕੰਮ ਨੂੰ ਵੇਖ ਕੇ ਵੋਟ ਪਾਉਂਦੇ ਹਨ। 53, ਸਿਰਫ 53 ਵੋਟਾਂ। 2012 ਦੀਆਂ ਚੋਣਾਂ ਵਿੱਚ ਜਿੱਤ-ਹਾਰ ਦਾ ਫੈਸਲਾ ਸਿਰਫ 53 ਵੋਟਾਂ ਨੇ ਕੀਤਾ ਸੀ। ਇਹ ਅੰਕੜਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਲੋਕਤੰਤਰ ਵਿੱਚ ਇੱਕ ਵੋਟ ਦੀ ਕੀ ਤਾਕਤ ਹੁੰਦੀ ਹੈ। ਦਸੂਹਾ ਦਾ ਇਤਿਹਾਸ ਦੱਸਦਾ ਹੈ ਕਿ ਇੱਥੇ ਹਾਰ-ਜਿੱਤ ਹਮੇਸ਼ਾ ਵਾਲ-ਵਾਲ ਦੇ ਫਰਕ ਤੇ ਤੈਅ ਹੁੰਦੀ ਰਹੀ ਹੈ।
ਤਾਂ ਫਿਰ ਇਸ ਸਾਰੇ ਵਿਸ਼ਲੇਸ਼ਣ ਤੋਂ ਬਾਅਦ ਸਵਾਲ ਉੱਠਦਾ ਹੈ ਕਿ ਅੱਗੇ ਦਾ ਰਾਹ ਕੀ ਹੈ। ਜੇ ਕਿਸੇ ਵੀ ਪਾਰਟੀ ਨੂੰ ਦਸੂਹਾ ਦੇ ਲੋਕਾਂ ਦਾ ਭਰੋਸਾ ਦੁਬਾਰਾ ਜਿੱਤਣਾ ਹੈ ਤਾਂ ਖਾਲੀ ਵਾਅਦਿਆਂ ਨਾਲ ਕੰਮ ਨਹੀਂ ਚੱਲਣਾ। ਇੱਕ ਠੋਸ ਰਣਨੀਤੀ, ਇੱਕ ਸ਼ਾਸਨ ਦਾ ਬਲੂਪ੍ਰਿੰਟ ਚਾਹੀਦਾ ਹੈ। ਇੱਕ ਮਜ਼ਬੂਤ ਵਾਪਸੀ ਲਈ ਇੱਕ ਠੋਸ ਪਲਾਨ ਚਾਹੀਦਾ ਹੈ। ਇਸ ਦੇ 4 ਕਦਮ ਨੇ। ਪਹਿਲਾ, ਜ਼ਮੀਨੀ ਕੰਮ ਕਰੋ। ਲੋਕਾਂ ਦੇ ਦਰਵਾਜ਼ੇ ਤੱਕ ਜਾਓ, ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝੋ। ਦੂਜਾ, ਉਹਨਾਂ ਸਮੱਸਿਆਵਾਂ ਦੇ ਹੱਲ ਲਈ ਇੱਕ ਸਾਫ਼-ਸੁਥਰਾ ਵਿਜ਼ਨ ਪੇਸ਼ ਕਰੋ। ਤੀਜਾ, ਪਿੰਡ-ਪਿੰਡ ਜਾ ਕੇ ਲੋਕਾਂ ਦੇ ਸਾਹਮਣੇ ਵਚਨ ਦਿਓ। ਅਤੇ ਚੌਥਾ, ਚੋਣ ਵਾਲੇ ਦਿਨ ਆਪਣੇ ਸਮਰਥਕਾਂ ਨੂੰ ਪੋਲਿੰਗ ਬੂਥ ਤੱਕ ਲੈ ਕੇ ਆਓ। ਪਰ ਪਲਾਨ ਉਦੋਂ ਹੀ ਕੰਮ ਕਰਦਾ ਹੈ ਜਦੋਂ ਉਸ ਦੇ ਪਿੱਛੇ ਸਹੀ ਨੀਤੀਆਂ ਹੋਣ। ਉਹੀ ਨੀਤੀਆਂ ਜਿਹੜੀਆਂ ਲੋਕਾਂ ਦੇ ਦੁੱਖ ਦਰਦ ਨੂੰ ਸਮਝਣ। ਕਿਸਾਨਾਂ ਨਾਲ MSP ਤੇ ਕਰਜ਼ੇ ਤੇ ਗੱਲ ਕਰਨੀ ਪਵੇਗੀ। ਨੌਜਵਾਨਾਂ ਨੂੰ ਨੌਕਰੀਆਂ ਤੇ ਹੁਨਰ ਦਾ ਭਰੋਸਾ ਦੇਣਾ ਪਵੇਗਾ। ਸੜਕਾਂ, ਪਾਣੀ ਤੇ ਸਿਹਤ ਵਰਗੀਆਂ ਬੁਨਿਆਦੀ ਸਹੂਲਤਾਂ ਤੇ ਕੰਮ ਕਰਨਾ ਪਵੇਗਾ। ਤੇ ਸਭ ਤੋਂ ਵੱਡੀ ਗੱਲ, ਲੋਕਾਂ ਦੀ ਗੱਲ ਸੁਣਨ ਲਈ ਨਵੇਂ ਤਰੀਕੇ ਅਪਣਾਉਣੇ ਪੈਣਗੇ। ਪਰ ਯਾਦ ਰੱਖੋ, ਭਾਰਤ ਦੇ DPDP ਕਾਨੂੰਨ ਦੇ ਤਹਿਤ ਲੋਕਾਂ ਦੇ ਡਾਟਾ ਦੀ ਨਿੱਜਤਾ ਅਤੇ ਉਨ੍ਹਾਂ ਦੀ ਸਹਿਮਤੀ ਦਾ ਸਨਮਾਨ ਕਰਨਾ ਸਭ ਤੋਂ ਜ਼ਰੂਰੀ ਹੈ। ਖੈਰ, ਦਸੂਹਾ ਦੀ ਕਹਾਣੀ ਸਿਰਫ ਦਸੂਹਾ ਤੱਕ ਸੀਮਤ ਨਹੀਂ ਹੈ। ਇਹ ਕਹਾਣੀ ਹੈ ਲੋਕਤੰਤਰ ਦੇ ਇੱਕ ਬਹੁਤ ਹੀ ਬੁਨਿਆਦੀ ਅਸੂਲ ਦੀ, ਜਵਾਬਦੇਹੀ। ਇਹ ਨੇਤਾ ਅਤੇ ਜਨਤਾ ਵਿਚਾਲੇ ਭਰੋਸੇ ਦੇ ਰਿਸ਼ਤੇ ਦੀ ਕਹਾਣੀ ਹੈ। ਅਸਲ ਵਿੱਚ ਜਿੱਤ ਚੋਣ ਵਾਲੇ ਦਿਨ ਨਹੀਂ ਹੁੰਦੀ, ਉਹ ਤਾਂ ਸਿਰਫ ਇੱਕ ਮੌਕਾ ਹੁੰਦਾ ਹੈ। ਅਸਲ ਜਿੱਤ ਤਾਂ ਅਗਲੇ 5 ਸਾਲਾਂ ਵਿੱਚ ਹਰ ਰੋਜ਼ ਲੋਕਾਂ ਦਾ ਭਰੋਸਾ ਜਿੱਤ ਕੇ ਹੁੰਦੀ ਹੈ। ਅਸਲ ਜਿੱਤ ਸ਼ਾਸਨ ਵਿੱਚ ਹੈ, ਕੰਮ ਕਰਨ ਵਿੱਚ ਹੈ। ਤਾਂ ਅੰਤ ਵਿੱਚ ਇੱਕ ਸਵਾਲ ਛੱਡ ਕੇ ਜਾਂਦਾ ਹਾਂ ਕਿ ਦਸੂਹਾ ਸਾਨੂੰ ਇਹ ਸਿਖਾ ਰਿਹਾ ਹੈ ਕਿ ਵੋਟਰ ਹੁਣ ਪਾਰਟੀ ਨੂੰ ਨਹੀਂ, ਸਗੋਂ ਪਰਫਾਰਮੈਂਸ ਨੂੰ ਵੋਟ ਪਾਉਂਦਾ ਹੈ। ਕੀ ਇਹ ਭਾਰਤੀ ਲੋਕਤੰਤਰ ਦੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੈ? ਇਸ ਬਾਰੇ ਸੋਚਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਇੱਕ ਲੋਕ ਕੇਂਦਰਿਤ ਆਗੂ ਬਣਨਾ ਚਾਹੁੰਦੇ ਹੋ ਅਤੇ ਆਪਣੇ ਹਲਕੇ ਨੂੰ ਤਰੱਕੀ ਦੀ ਰਾਹ ਤੇ ਲਿਜਾਣਾ ਚਾਹੁੰਦੇ ਹੋ ਤਾਂ blueprintstrategies.ai ਨਾਲ mgr@blueprintstrategies.ai ਤੇ ਸੰਪਰਕ ਕਰੋ ਜਾਂ 08042041602 ਤੇ ਕਾਲ ਕਰੋ। ਰਾਜਨੀਤੀ ਤੋਂ ਪਰੇ ਇੱਕ ਮਕਸਦ,